ओम शांति। आज सुनते हाँ 24 जनवरी ਦੇ ਬਾਬਾ ਦੇ ਅਵਿਅਕਤ ਮਹਾਵਾਕਿਆ ਰਿਵਾਈਜ਼ ਕੋਰਸ ਦੀ ਮੁਰਲੀ ਹੈ 17/10/87 ਦੀ। ਮੁਰਲੀ ਦਾ ਸਾਰ ਹੈ ਬ੍ਰਾਹਮਣ ਜੀਵਨ ਦਾ ਸ਼ਿੰਗਾਰ ਪਵਿੱਤਰਤਾ। ਬ੍ਰਾਹਮਣ ਜੀਵਨ ਦਾ ਸ਼ਿੰਗਾਰ ਪਵਿੱਤਰਤਾ। ਅੱਜ ਬਾਪ ਦਾਦਾ ਆਪਣੇ ਵਿਸ਼ਵ ਦੇ ਚਾਰੋਂ ਪਾਸੋਂ ਦੇ ਵਿਸ਼ੇਸ਼ ਹੋਵਨਹਾਰ ਪੂਜਯ ਬੱਚਿਆਂ ਨੂੰ ਵੇਖ ਰਹੇ ਸੀ। ਸਾਰੇ ਵਿਸ਼ਵ ਵਿੱਚੋਂ ਕਿੰਨੇ ਥੋੜੇ ਅਮੁੱਲ ਰਤਨ ਪੂਜਨੀਏ ਬਣੇ ਨੇ। ਪੂਜਨੀ ਆਤਮਾ ਹੀ ਵਿਸ਼ਵ ਦੇ ਲਈ ਵਿਸ਼ੇਸ਼ ਜਹਾਨ ਦੇ ਨੂਰ ਬਣ ਜਾਂਦੀਆਂ ਨੇ। ਜਿਵੇਂ ਇਸ ਸਰੀਰ ਵਿੱਚ ਨੂਰ ਨਹੀਂ ਤਾਂ ਜਹਾਨ ਨਹੀਂ, ਐਵੇਂ ਵਿਸ਼ਵ ਦੇ ਅੰਦਰ ਪੂਜਨੀਏ ਜਹਾਨ ਦੇ ਨੂਰ ਤੁਸੀਂ ਸ੍ਰੇਸ਼ਟ ਆਤਮਾ ਨਹੀਂ ਤਾਂ ਵਿਸ਼ਵ ਦਾ ਕੋਈ ਮਹੱਤਵ ਨਹੀਂ। ਕਰਨਯੁਗ ਜਾਂ ਆਦਿ ਯੁਗ ਜਾਂ ਸਤੋ ਪ੍ਰਧਾਨ ਯੁਗ ਨਵਾਂ ਸੰਸਾਰ ਤੁਸੀਂ ਵਿਸ਼ੇਸ਼ ਆਤਮਾਵਾਂ ਤੋਂ ਸ਼ੁਰੂ ਹੁੰਦਾ ਹੈ। ਨਵੇਂ ਵਿਸ਼ਵ ਦੇ ਆਧਾਰ ਮੂਰਤ ਪੂਜਨੀ ਆਤਮਾਵਾਂ ਤੁਸੀਂ ਹੋ ਤਾਂ ਤੁਸੀਂ ਆਤਮਾਵਾਂ ਦਾ ਕਿੰਨਾ ਮਹੱਤਵ ਹੈ। ਤੁਸੀਂ ਪੂਜਨੀ ਆਤਮਾਵਾਂ ਸੰਸਾਰ ਦੇ ਲਈ ਨਵੀਂ ਰੋਸ਼ਨੀ ਹੋ। ਤੁਹਾਡੀ ਚੜ੍ਹਦੀ ਕਲਾ ਵਿਸ਼ਵ ਨੂੰ ਸ੍ਰੇਸ਼ਟ ਕਲਾ ਦੇ ਵਿੱਚ ਲਿਆਉਣ ਦੇ ਨਿਮਿਤ ਬਣਦੀ ਹੈ। ਤੁਹਾਡੀ ਡਿੱਗਦੀ ਕਲਾ ਵਿੱਚ ਆਉਂਦੇ ਹੀ ਸੰਸਾਰ ਦੀ ਡਿੱਗਦੀ ਕਲਾ ਹੁੰਦੀ ਹੈ। ਤੁਸੀਂ ਪਰਿਵਰਤਨ ਹੁੰਦੇ ਹੋ ਤਾਂ ਵਿਸ਼ਵ ਵੀ ਪਰਿਵਰਤਨ ਹੁੰਦਾ ਹੈ। ਐਨੀਆਂ ਮਹਾਨ ਤੇ ਮਹੱਤਵ ਵਾਲੀਆਂ ਆਤਮਾਵਾਂ ਹੋ। ਅੱਜ ਬਾਪ ਦਾਦਾ ਸਾਰੇ ਵਿਸ਼ਵ ਨੂੰ ਵੇਖ ਰਹੇ ਸੀ। ਬ੍ਰਾਹਮਣ ਬਣਨਾ ਮਤਲਬ ਪੂਜਯ ਬਣਨਾ, ਕਿਉਂਕਿ ਬ੍ਰਾਹਮਣ ਸੋ ਦੇਵਤਾ ਬੰਦੇ ਨੇ। ਦੇਵਤਾ ਮਤਲਬ ਪੂਜਨੀਏ। ਸਾਰੇ ਦੇਵਤਾ ਪੂਜਨੀय ਤਾਂ ਹੋਣਾ, ਫਿਰ ਵੀ ਨੰਬਰਵਾਰ ਤਾਂ ਜ਼ਰੂਰ ਨੇ। ਕਿਤੇ ਦੇਵਤਾ ਦੀ ਪੂਜਾ ਵਿਧੀ ਪੂਰਵਕ ਨਿਯਮਿਤ ਰੂਪ ਨਾਲ ਹੁੰਦੀ ਹੈ, ਕਿਸੇ ਦੀ ਪੂਜਾ ਨਿਯਮਿਤ ਵਿਧੀ ਪੂਰਵਕ ਨਹੀਂ ਹੁੰਦੀ। ਕਿਸੇ ਦੇ ਹਰ ਕਰਮ ਦੀ ਪੂਜਾ ਹੁੰਦੀ ਹੈ, ਕਿਸੇ ਦੇ ਹਰ ਕਰਮ ਦੀ ਪੂਜਾ ਨਹੀਂ ਹੁੰਦੀ। ਕਿਸੇ ਦਾ ਵਿਧੀ ਪੂਰਵਕ ਹਰ ਰੋਜ਼ ਸ਼ਿੰਗਾਰ ਹੁੰਦਾ ਹੈ, ਕਿਸੇ ਦਾ ਸ਼ਿੰਗਾਰ ਰੋਜ਼ ਨਹੀਂ ਹੁੰਦਾ। ਉੱਪਰ ਉੱਪਰ ਤੋਂ ਥੋੜਾ ਬਹੁਤ ਸਜਾ ਲੈਂਦੇ ਨੇ ਲੇਕਿਨ ਵਿਧੀ ਪੂਰਵਕ ਨਹੀਂ ਕਰਦੇ। ਕਿਸੇ ਦੇ ਅੱਗੇ ਸਾਰਾ ਦਿਨ ਕੀਰਤਨ ਹੁੰਦਾ, ਕਿਸੇ ਦੇ ਅੱਗੇ ਕਦੇ ਕਦੇ ਕੀਰਤਨ ਹੁੰਦਾ ਹੈ। ਇਹਨਾਂ ਸਭ ਦਾ ਕਾਰਨ ਕੀ ਹੈ? ਬ੍ਰਾਹਮਣ ਤਾਂ ਸਾਰੇ ਹੀ ਕਹਿਲਾਂਦੇ ਹੋਣਾ। ਗਿਆਨ ਯੋਗ ਦੀ ਪੜ੍ਹਾਈ ਵੀ ਸਾਰੇ ਕਰਦੇ ਨੇ, ਫਿਰ ਵੀ ਇੰਨਾ ਫਰਕ ਕਿਉਂ? ਧਾਰਨਾ ਕਰਨ ਵਿੱਚ ਫਰਕ ਹੈ। ਫਿਰ ਵੀ ਵਿਸ਼ੇਸ਼ ਕਿਹੜੀਆਂ ਧਾਰਨਾਵਾਂ ਦੇ ਆਧਾਰ ਤੇ ਨੰਬਰਵਾਰ ਹੁੰਦੇ ਹੋ ਜਾਣਦੇ ਹੋ? ਪੂਜਨੀय ਬਣਨ ਦਾ ਵਿਸ਼ੇਸ਼ ਆਧਾਰ ਪਵਿੱਤਰਤਾ ਦੇ ਉੱਪਰ ਹੈ। ਜਿੰਨਾ ਸਭ ਤਰ੍ਹਾਂ ਦੀ ਪਵਿੱਤਰਤਾ ਨੂੰ ਅਪਣਾਉਂਦੇ ਹੋ ਓਨਾ ਹੀ ਸਭ ਪ੍ਰਕਾਰ ਦੇ ਪੂਜਨੀय ਬੰਦੇ ਨੇ। ਜੋ ਨਿਰੰਤਰ ਵਿਧੀ ਪੂਰਵਕ ਆਦਿ ਅਨਾਦਿ ਵਿਸ਼ੇਸ਼ ਗੁਣਾ ਦੇ ਰੂਪ ਨਾਲ ਪਵਿੱਤਰਤਾ ਨੂੰ ਸਹਿਜ ਅਪਣਾਉਂਦੇ ਨੇ, ਉਹੀ ਵਿਧੀ ਪੂਰਵਕ ਪੂਜਨੀय ਬੰਦੇ ਨੇ। ਸਭ ਤਰ੍ਹਾਂ ਦੀ ਪਵਿੱਤਰਤਾ ਕੀ ਹੈ? ਜੋ ਆਤਮਾਵਾਂ ਸਹਿਜ ਆਪੇ ਹੀ ਹਰ ਸੰਕਲਪ ਵਿੱਚ, ਬੋਲ ਵਿੱਚ, ਕਰਮ ਵਿੱਚ ਸਰਵ ਮਤਲਬ ਗਿਆਨੀ ਤੇ ਅਗਿਆਨੀ ਆਤਮਾਵਾਂ ਸਰਵ ਦੇ ਸੰਪਰਕ ਵਿੱਚ ਸਦਾ ਪਵਿੱਤਰ ਵ੍ਰਿੱਤੀ ਦ੍ਰਿਸ਼ਟੀ ਵਾਈਬ੍ਰੇਸ਼ਨ ਵਿੱਚ ਅਸਲ ਸੰਪਰਕ ਸੰਬੰਧ ਨਿਭਾਉਂਦੇ ਨੇ, ਉਹਨਾਂ ਨੂੰ ਸਰਵ ਤਰ੍ਹਾਂ ਦੀ ਪਵਿੱਤਰਤਾ ਕਹਿੰਦੇ ਨੇ। ਸੁਪਨੇ ਵਿੱਚ ਵੀ ਆਪਣੇ ਪ੍ਰਤੀ ਜਾਂ ਕਿਸੇ ਹੋਰ ਆਤਮਾ ਦੇ ਪ੍ਰਤੀ ਸਰਵ ਤਰ੍ਹਾਂ ਦੀ ਪਵਿੱਤਰਤਾ ਵਿੱਚ ਕੋਈ ਕਮੀ ਨਾ ਹੋਵੇ। ਮਾਨੋ ਸੁਪਨੇ ਵਿੱਚ ਵੀ ਬ੍ਰਹਮਚਰਯ ਖੰਡਿਤ ਹੁੰਦਾ ਹੈ ਜਾਂ ਕਿਸੇ ਆਤਮਾ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦੀ ਈਰਸ਼ਾ ਜਾਂ ਆਵੇਸ਼ ਦੇ ਅਧੀਨ ਕਰਮ ਹੁੰਦਾ ਹੈ ਜਾਂ ਬੋਲ ਨਿਕਲਦਾ ਹੈ, ਕ੍ਰੋਧ ਦੇ ਅੰਸ਼ ਰੂਪ ਵਿੱਚ ਵਿਵਹਾਰ ਹੁੰਦਾ ਹੈ ਤਾਂ ਉਸ ਨੂੰ ਵੀ ਪਵਿੱਤਰਤਾ ਦਾ ਖੰਡਨ ਮੰਨਿਆ ਜਾਵੇਗਾ। ਸੋਚੋ, ਜਦੋਂ ਸੁਪਨੇ ਦਾ ਵੀ ਅਸਰ ਪੈਂਦਾ ਹੈ ਤਾਂ ਸਾਕਾਰ ਵਿੱਚ ਕੀਤੇ ਹੋਏ ਕਰਮ ਦਾ ਕਿੰਨਾ ਅਸਰ ਪੈਂਦਾ ਹੋਵੇਗਾ। ਇਸ ਲਈ ਖੰਡਿਤ ਮੂਰਤੀ ਕਦੇ ਪੂਜਨੀय ਨਹੀਂ ਹੁੰਦੀ। ਖੰਡਿਤ ਮੂਰਤੀਆਂ ਮੰਦਰਾਂ ਵਿੱਚ ਨਹੀਂ ਰਹਿੰਦੀਆਂ, ਅੱਜ ਕੱਲ੍ਹ ਦੇ ਮਿਊਜ਼ੀਅਮ ਵਿੱਚ ਰਹਿੰਦੀਆਂ ਨੇ। ਉੱਥੇ ਭਗਤ ਨਹੀਂ ਆਉਂਦੇ, ਸਿਰਫ ਇਹੀ ਗਾਇਨ ਹੁੰਦਾ ਹੈ ਕਿ ਇਹ ਬੜੀ ਪੁਰਾਣੀ ਮੂਰਤੀਆਂ ਨੇ। ਬਸ ਉਹਨਾਂ ਦੇ ਸਥੂਲ ਅੰਗਾਂ ਦੇ ਖੰਡਿਤ ਨੂੰ ਵੀ ਖੰਡਿਤ ਕਹਿ ਦਿੱਤਾ ਜਾਂਦਾ ਹੈ, ਪਰ ਅਸਲ ਵਿੱਚ ਕਿਸੇ ਵੀ ਤਰ੍ਹਾਂ ਦੀ ਪਵਿੱਤਰਤਾ ਵਿੱਚ ਖੰਡਨ ਹੁੰਦਾ ਹੈ ਤਾਂ ਉਹ ਪੂਜਨੀय ਪਦਵੀ ਤੋਂ ਖੰਡਿਤ ਹੋ ਜਾਂਦੇ ਨੇ। ਅਜਿਹੇ ਚਾਰੋਂ ਤਰ੍ਹਾਂ ਦੀ ਪਵਿੱਤਰਤਾ ਵਿਧੀ ਪੂਰਵਕ ਹੈ ਤਾਂ ਪੂਜਾ ਵੀ ਵਿਧੀ ਪੂਰਵਕ ਹੁੰਦੀ ਹੈ। ਮਨ ਵਾਣੀ ਕਰਮ, ਕਰਮ ਵਿੱਚ ਸੰਬੰਧ ਸੰਪਰਕ ਵੀ ਆ ਜਾਂਦਾ ਹੈ। ਸੁਪਨੇ ਵਿੱਚ ਵੀ ਪਵਿੱਤਰਤਾ, ਇਸ ਨੂੰ ਕਹਿੰਦੇ ਨੇ ਸੰਪੂਰਨ ਪਵਿੱਤਰਤਾ। ਕਈ ਬੱਚੇ ਅਲਬੇਲੇਪਨ ਵਿੱਚ ਆਉਣ ਦੇ ਕਾਰਨ ਭਾਵੇਂ ਵੱਡਿਆਂ ਨੂੰ ਭਾਵੇਂ ਛੋਟਿਆਂ ਨੂੰ ਇਸ ਗੱਲ ਵਿੱਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਮੇਰਾ ਭਾਵ ਤਾਂ ਬੜਾ ਚੰਗਾ ਸੀ ਲੇਕਿਨ ਮੇਰੇ ਮੂੰਹ ਤੋਂ ਨਿਕਲ ਗਿਆ, ਜਾਂ ਮੇਰਾ ਲਕਸ਼ ਐਵੇਂ ਨਹੀਂ ਸੀ ਲੇਕਿਨ ਮੇਰੇ ਤੋਂ ਹੋ ਗਿਆ।
ਜਾਂ ਕਹਿੰਦੇ ਨੇ ਹਾਸੇ ਮਜ਼ਾਕ ਵਿੱਚ ਕਹਿ ਦਿੱਤਾ ਜਾਂ ਕਰ ਲਿਆ, ਇਹ ਵੀ ਚਲਾਣਾ ਹੈ। ਇਸ ਲਈ ਪੂਜਾ ਵੀ ਚਲਾਉਣ ਵਰਗੀ ਹੁੰਦੀ ਹੈ। ਇਹ ਅਲਬੇਲਾਪਨ ਸੰਪੂਰਨ ਪੂਜਨੀय ਸਥਿਤੀ ਨੂੰ ਨੰਬਰਵਾਰ ਵਿੱਚ ਲੈ ਆਂਦਾ ਹੈ। ਇਹੀ ਅਪਵਿੱਤਰਤਾ ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ। ਸੁਣਾਇਆ ਨਾ, ਪੂਜਿਆ ਪਵਿੱਤਰ ਆਤਮਾਵਾਂ ਦੀ ਨਿਸ਼ਾਨੀ ਇਹ ਹੈ, ਉਹਨਾਂ ਦੀ ਚਾਰੋਂ ਤਰ੍ਹਾਂ ਦੀ ਪਵਿੱਤਰਤਾ ਸੁਭਾਵਿਕ, ਸਹਿਜ ਤੇ ਸਦਾ ਹੋਏਗੀ। ਉਹਨਾਂ ਨੂੰ ਸੋਚਣਾ ਨਹੀਂ ਪਵੇਗਾ, ਲੇਕਿਨ ਪਵਿੱਤਰਤਾ ਦੀ ਧਾਰਨਾ ਆਪੇ ਹੀ ਅਸਲ ਸੰਕਲਪ, ਬੋਲ, ਕਰਮ ਤੇ ਸੁਪਨੇ ਲਿਆਉਂਦੀ ਹੈ। ਅਸਲ ਮਤਲਬ ਇਕਤਾ ਯੁਕਤੀ ਯੁਕਤ, ਦੂਸਰਾ ਅਸਲ ਮਤਲਬ ਹਰ ਸੰਕਲਪ ਵਿੱਚ ਅਰਥ ਹੋਵੇਗਾ, ਬਿਨਾਂ ਅਰਥ ਨਹੀਂ ਹੋਵੇਗਾ। ਐਵੇਂ ਨਹੀਂ ਕਿ ਇੰਝ ਹੀ ਬੋਲ ਦਿੱਤਾ, ਨਿਕਲ ਗਿਆ, ਕਰ ਲਿਆ, ਹੋ ਗਿਆ। ਅਜਿਹੀ ਪਵਿੱਤਰ ਆਤਮਾ ਸਦਾ ਹਰ ਕਰਮ ਵਿੱਚ ਅਸਲ ਯੁਕਤੀ ਯੁਕਤ ਰਹਿੰਦੀ ਹੈ। ਇਸ ਲਈ ਪੂਜਾ ਵੀ ਉਹਨਾਂ ਦੇ ਹਰ ਕਰਮ ਦੀ ਹੁੰਦੀ ਹੈ, ਮਤਲਬ ਪੂਰੀ ਦਿਨਚਰਿਆ ਦੀ ਹੁੰਦੀ ਹੈ। ਉੱਠਣ ਤੋਂ ਲੈ ਕੇ ਸੌਣ ਤੱਕ ਵੱਖ-ਵੱਖ ਕਰਮ ਦੇ ਦਰਸ਼ਨ ਹੁੰਦੇ ਨੇ। ਜੇਕਰ ਬ੍ਰਾਹਮਣ ਜੀਵਨ ਦੀ ਬਣੀ ਹੋਈ ਦਿਨਚਰਿਆ ਪ੍ਰਮਾਣ ਕੋਈ ਵੀ ਕਰਮ ਪੂਰੀ ਤਰ੍ਹਾਂ ਜਾਂ ਲਗਾਤਾਰ ਨਹੀਂ ਕਰਦੇ ਤਾਂ ਉਸ ਦੇ ਫਰਕ ਦੇ ਕਾਰਨ ਪੂਜਾ ਵਿੱਚ ਵੀ ਫਰਕ ਪਵੇਗਾ। ਮੰਨੋ ਕੋਈ ਅੰਮ੍ਰਿਤ ਵੇਲੇ ਉੱਠਣ ਦੀ ਦਿਨਚਰਿਆ ਵਿੱਚ ਵਿਧੀ ਪੂਰਵਕ ਨਹੀਂ ਚੱਲਦੇ ਤਾਂ ਪੂਜਾ ਵਿੱਚ ਉਹਨਾਂ ਦੇ ਪੁਜਾਰੀ ਵੀ ਉਸ ਵਿਧੀ ਨੂੰ ਹੇਠਾਂ ਉੱਪਰ ਕਰਦੇ, ਮਤਲਬ ਪੁਜਾਰੀ ਵੀ ਸਮੇਂ ਤੇ ਉੱਠ ਕੇ ਪੂਜਾ ਨਹੀਂ ਕਰੇਗਾ। ਜਦੋਂ ਹੋਇਆ ਉਦੋਂ ਕਰ ਲਵੇਗਾ। ਅੰਮ੍ਰਿਤ ਵੇਲੇ ਜਾਗਰਤ ਸਥਿਤੀ ਵਿੱਚ ਅਨੁਭਵ ਨਹੀਂ ਕਰਦੇ, ਮਜਬੂਰੀ ਨਾਲ ਕਰਦੇ ਨੇ, ਸੁਸਤੀ ਨਾਲ, ਕਦੇ ਚੁਸਤੀ ਦੇ ਰੂਪ ਵਿੱਚ ਬੈਠਦੇ ਤਾਂ ਪੁਜਾਰੀ ਵੀ ਮਜਬੂਰੀ ਨਾਲ, ਸੁਸਤੀ ਨਾਲ ਪੂਜਾ ਕਰਨਗੇ, ਵਿਧੀ ਪੂਰਵਕ ਪੂਜਾ ਨਹੀਂ ਕਰਨਗੇ। ਐਵੇਂ ਹਰ ਦਿਨਚਰਿਆ ਦੇ ਕਰਮ ਦਾ ਪ੍ਰਭਾਵ ਪੂਜਨੀय ਬਣਨ ਵਿੱਚ ਪੈਂਦਾ ਹੈ। ਵਿਧੀ ਪੂਰਵਕ ਨਾ ਚੱਲਣਾ, ਕਿਸੇ ਵੀ ਦਿਨਚਰਿਆ ਵਿੱਚ ਉੱਪਰ ਹੇਠਾਂ ਹੋਣਾ, ਇਹ ਵੀ ਅਪਵਿੱਤਰਤਾ ਦੇ ਅੰਸ਼ ਵਿੱਚ ਗਿਣਿਆ ਜਾਂਦਾ ਹੈ, ਕਿਉਂਕਿ ਆਲਸ ਤੇ ਅਲਬੇਲਾਪਨ ਵੀ ਵਿਕਾਰ ਹੈ। ਜੋ ਅਸਲ ਕਰਮ ਨਹੀਂ ਉਹ ਵਿਕਾਰ ਹੈ ਤਾਂ ਅਪਵਿੱਤਰਤਾ ਦਾ ਅੰਸ਼ ਹੋ ਗਿਆ ਨਾ। ਇਸ ਕਾਰਨ ਪੂਜਨੀय ਪਦਵੀ ਵਿੱਚ ਨੰਬਰਵਾਰ ਹੋ ਜਾਂਦੇ ਨੇ। ਤਾਂ ਫਾਊਂਡੇਸ਼ਨ ਕੀ ਰਿਹਾ? ਪਵਿੱਤਰਤਾ। ਪਵਿੱਤਰਤਾ ਦੀ ਧਾਰਨਾ ਬੜੀ ਮਹੀਨ ਹੈ। ਪਵਿੱਤਰਤਾ ਦੇ ਆਧਾਰ ਤੇ ਕਰਮ ਦੀ ਵਿਧੀ ਤੇ ਗਤੀ ਦਾ ਆਧਾਰ ਹੈ। ਪਵਿੱਤਰਤਾ ਸਿਰਫ ਮੋਟੀ ਗੱਲ ਨਹੀਂ ਹੈ। ਬ੍ਰਹਮਚਾਰੀ ਰਹੇ ਜਾਂ ਨਿਰਮੋਹੀ ਹੋ ਗਏ, ਸਿਰਫ ਇਸ ਨੂੰ ਪਵਿੱਤਰਤਾ ਨਹੀਂ ਕਹਾਂਗੇ। ਪਵਿੱਤਰਤਾ ਬ੍ਰਾਹਮਣ ਜੀਵਨ ਦਾ ਸ਼ਿੰਗਾਰ ਹੈ। ਹਰ ਸਮੇਂ ਪਵਿੱਤਰਤਾ ਦੇ ਸ਼ਿੰਗਾਰ ਦੀ ਅਨੁਭੂਤੀ ਚਿਹਰੇ ਤੋਂ, ਚਲਨ ਤੋਂ ਹੋਰਾਂ ਨੂੰ ਹੋਵੇ, ਦ੍ਰਿਸ਼ਟੀ ਵਿੱਚ, ਮੁਖ ਵਿੱਚ, ਹੱਥਾਂ ਵਿੱਚ, ਪੈਰਾਂ ਵਿੱਚ ਹਮੇਸ਼ਾ ਪਵਿੱਤਰਤਾ ਦਾ ਸ਼ਿੰਗਾਰ ਪ੍ਰਤੱਖ ਹੋਵੇ। ਕੋਈ ਵੀ ਚਿਹਰੇ ਵੱਲ ਵੇਖੇ ਤਾਂ ਫੀਚਰ ਤੋਂ ਉਹਨਾਂ ਨੂੰ ਪਵਿੱਤਰਤਾ ਅਨੁਭਵ ਹੋਵੇ। ਜਿਵੇਂ ਹੋਰ ਤਰ੍ਹਾਂ ਦੇ ਫੀਚਰਸ ਵਰਣਨ ਕਰਦੇ ਨੇ, ਉਵੇਂ ਇਹ ਵਰਣਨ ਕਰਨ ਕਿ ਇਹਨਾਂ ਦੇ ਫੀਚਰ ਤੋਂ ਪਵਿੱਤਰਤਾ ਵਿਖਾਈ ਦਿੰਦੀ ਹੈ। ਨੈਣਾਂ ਵਿੱਚ ਪਵਿੱਤਰਤਾ ਦੀ ਝਲਕ ਹੈ, ਮੁਖ ਤੇ ਪਵਿੱਤਰਤਾ ਦੀ ਮੁਸਕਰਾਹਟ ਹੈ। ਹੋਰ ਕੋਈ ਗੱਲ ਉਹਨਾਂ ਦੀ ਨਜ਼ਰ ਨਾ ਆਏ, ਇਸ ਨੂੰ ਕਹਿੰਦੇ ਨੇ ਪਵਿੱਤਰਤਾ ਦੇ ਸ਼ਿੰਗਾਰ ਨਾਲ ਸ਼ਿੰਗਾਰੀ ਹੋਈ ਮੂਰਤ। ਸਮਝਿਆ? ਪਵਿੱਤਰਤਾ ਦੀ ਤਾਂ ਹੋਰ ਵੀ ਬੜੀ ਗੁਹਤਾ ਹੈ, ਉਹ ਫਿਰ ਸੁਣਾਵਾਂਗੇ। ਜਿਵੇਂ ਕਰਮਾਂ ਦੀ ਗਤੀ ਗੈਨ ਹੈ, ਪਵਿੱਤਰਤਾ ਦੀ ਪਰਿਭਾਸ਼ਾ ਵੀ ਬੜੀ ਗਹਿਰੀ ਹੈ। ਪਵਿੱਤਰਤਾ ਹੀ ਫਾਊਂਡੇਸ਼ਨ ਹੈ। ਅੱਛਾ, ਅੱਜ ਗੁਜਰਾਤ ਆਇਆ ਹੈ। ਗੁਜਰਾਤ ਵਾਲੇ ਹਮੇਸ਼ਾ ਹਲਕੇ ਬਣ ਕੇ ਨੱਚਦੇ ਤੇ ਗਾਉਂਦੇ ਨੇ, ਭਾਵੇਂ ਸਰੀਰ ਵਿੱਚ ਕਿੰਨੇ ਵੀ ਭਾਰੀ ਹੋਣ, ਪਰ ਹਲਕੇ ਬਣ ਨੱਚਦੇ ਰਹਿੰਦੇ ਨੇ। ਗੁਜਰਾਤ ਦੀ ਵਿਸ਼ੇਸ਼ਤਾ ਹੈ ਹਮੇਸ਼ਾ ਹਲਕਾ ਰਹਿਣਾ ਹੈ, ਹਮੇਸ਼ਾ ਖੁਸ਼ੀ ਵਿੱਚ ਨੱਚਦੇ ਰਹਿਣਾ, ਬਾਪ ਦੇ ਤੇ ਆਪਣੀ ਪ੍ਰਾਪਤੀਆਂ ਦੇ ਗੀਤ ਗਾਉਂਦੇ ਰਹਿਣਾ। ਬਚਪਨ ਤੋਂ ਹੀ ਨੱਚਦੇ ਗਾਉਂਦੇ ਚੰਗਾ ਨੇ। ਬ੍ਰਾਹਮਣ ਜੀਵਨ ਵਿੱਚ ਕੀ ਕਰਦੇ ਹੋ? ਬ੍ਰਾਹਮਣ ਜੀਵਨ ਮਤਲਬ ਮੌਜਾਂ ਦੀ ਜੀਵਨ। ਗਰਬਾ ਰਾਸ ਕਰਦੇ ਹੋ ਤਾਂ ਮੌਜ ਵਿੱਚ ਆ ਜਾਂਦੇ ਹੋ ਨਾ। ਜੇਕਰ ਮੌਜ ਵਿੱਚ ਨਾ ਆਏ ਤਾਂ ਜ਼ਿਆਦਾ ਕਰ ਨਹੀਂ ਸਕੋਗੇ। ਮੌਜ ਮਸਤੀ ਵਿੱਚ ਥਕਾਵਟ ਨਹੀਂ ਹੁੰਦੀ, ਅਥਕ ਬਣ ਜਾਂਦੇ ਨੇ। ਤਾਂ ਬ੍ਰਾਹਮਣ ਜੀਵਨ ਅਰਥਾਤ ਹਮੇਸ਼ਾ ਮੌਜ ਵਿੱਚ ਰਹਿਣ ਦੀ ਜੀਵਨ, ਉਹ ਹੈ ਸਥੂਲ ਮੌਜ। ਬ੍ਰਾਹਮਣ ਜਿਵੇਂ ਹੈ ਮਨ ਦੀ ਮੌਜ, ਹਮੇਸ਼ਾ ਮਨ ਮੌਜ ਵਿੱਚ ਨੱਚਦਾ ਗਾਉਂਦਾ ਰਹੇ। ਉਹ ਲੋਕ ਹਲਕੇ ਬਨ ਨੱਚਣ ਗਾਉਣ ਦੇ ਅਭਿਆਸੀ ਨੇ। ਉਹਨਾਂ ਨੂੰ ਬ੍ਰਾਹਮਣ ਜੀਵਨ ਵਿੱਚ ਡਬਲ ਲਾਈਟ ਬਣਨ ਵਿੱਚ ਮੁਸ਼ਕਿਲ ਨਹੀਂ ਹੁੰਦੀ। ਤਾਂ ਗੁਜਰਾਤ ਮਤਲਬ ਹਮੇਸ਼ਾ ਹਲਕੇ ਰਹਿਣ ਦੇ ਅਭਿਆਸੀ ਕਹੋ, ਵਰਦਾਨੀ ਕਹੋ, ਤਾਂ ਸਾਰੇ ਗੁਜਰਾਤ ਨੂੰ ਵਰਦਾਨ ਮਿਲ ਗਿਆ, ਡਬਲ ਲਾਈਟ। ਮੁਰਲੀ ਦੁਆਰਾ ਤਾਂ ਵਰਦਾਨ ਮਿਲਦੇ ਨੇ ਨਾ। ਸੁਣਾਇਆ ਨਾ,
ਤੁਹਾਡੀ ਇਸ ਦੁਨੀਆ ਵਿੱਚ ਜਿੰਨੀ ਸ਼ਕਤੀ ਜਿੰਨਾ ਸਮਾਂ ਹੁੰਦਾ ਹੈ, ਜਿੰਨਾ ਤੇ ਓਨਾ। ਵਤਨ ਵਿੱਚ ਜਿੰਨਾ ਉਹਨਾਂ ਦੀ ਭਾਸ਼ਾ ਨਹੀਂ ਹੁੰਦੀ। ਇੱਥੇ ਦਿਨ ਵੀ ਵੇਖਣਾ ਪੈਂਦਾ ਤੇ ਰਾਤ ਵੀ ਵੇਖਣੀ ਪੈਂਦੀ। ਉੱਥੇ ਨਾ ਦਿਨ ਨਾ ਰਾਤ, ਨਾ ਸੂਰਜ ਚੜ੍ਹਦਾ ਹੈ ਨਾ ਚੰਦਰਮਾ, ਦੋਵਾਂ ਤੋਂ ਪਰੇ ਨੇ। ਆਉਣਾ ਤਾਂ ਉੱਥੇ ਹੈ ਨਾ। ਬੱਚਿਆਂ ਨੇ ਰੂਹ ਰਿਹਾਨ ਵਿੱਚ ਕਿਹਾ ਨਾ, ਕਦ ਤੱਕ? ਬਾਪ ਦਾਦਾ ਕਹਿੰਦੇ ਨੇ, ਤੁਸੀਂ ਸਾਰੇ ਕਹੋ ਅਸੀਂ ਤਿਆਰ ਹਾਂ ਤਾਂ ਹੁਣੇ ਕਰ ਲਵਾਂਗੇ। ਫਿਰ ਕਦੋਂ ਦਾ ਸਵਾਲ ਹੀ ਨਹੀਂ। ਕਦੋਂ? ਉਦੋਂ ਤੱਕ ਹੈ ਜਦੋਂ ਤੱਕ ਮਾਲਾ ਤਿਆਰ ਨਹੀਂ ਹੋਈ। ਹੁਣ ਨਾਮ ਕੱਢਣ ਬੈਠਦੇ ਹੋ ਤਾਂ 108 ਵਿੱਚ ਵੀ ਸੋਚਦੇ ਹੋ ਇਹ ਨਾਮ ਪਾਈਏ ਜਾਂ ਨਾ ਪਾਈਏ। ਹੁਣ 108 ਦੀ ਮਾਲਾ ਵਿੱਚ ਸਾਰੇ ਉਹੀ 108 ਨਾ ਬੋਲਣ, ਨਹੀਂ, ਫਰਕ ਹੋ ਜਾਵੇਗਾ। ਬਾਪ ਦਾਦਾ ਤਾਂ ਐਸੇ ਘੜੀ ਤਾਲੀ ਵਜਾਉਣ ਠਕਾਠਕ ਸ਼ੁਰੂ ਹੋ ਜਾਵੇਗੀ। ਇੱਕ ਪਾਸੇ ਪ੍ਰਕਿਰਤੀ, ਇੱਕ ਪਾਸੇ ਵਿਅਕਤੀ। ਕੀ ਦੇਰ ਲੱਗੂਗੀ? ਪਰ ਬਾਪ ਤਾਂ ਸਾਰੇ ਬੱਚਿਆਂ ਨਾਲ ਸਨੇਹ ਹੈ ਨਾ। ਹੱਥ ਫੜਨਗੇ ਤਾਂ ਹੀ ਤਾਂ ਨਾਲ ਚੱਲੋਗੇ। ਹੱਥ ਵਿੱਚ ਹੱਥ ਮਿਲਾਉਣਾ ਮਤਲਬ ਸਮਾਨ ਬਣਨਾ। ਤੁਸੀਂ ਕਹੋਗੇ ਸਾਰੇ ਸਮਾਨ, ਸਾਰੇ ਤਾਂ ਨੰਬਰ 1 ਬਣਨਗੇ ਨਹੀਂ, ਪਰ ਨੰਬਰ 1 ਦੇ ਪਿੱਛੇ ਨੰਬਰ 2 ਵੀ ਤਾਂ ਹੋਵੇ। ਅੱਛਾ, ਬਾਪ ਸਮਾਨ ਨਾ ਬਣੋ, ਪਰ ਨੰਬਰ 1 ਦਾਣਾ ਜੋ ਹੋਵੇਗਾ ਉਹ ਸਮਾਨ ਤਾਂ ਹੋਏਗਾ। ਤੀਜੇ ਤੋਂ ਤੀਜਾ 2 ਵਰਗਾ, ਚੌਥਾ 3 ਵਰਗਾ, ਐਵੇਂ ਸਮਾਨ ਬਣੋ। ਇੱਕ ਦੂਜੇ ਦੇ ਨੇੜੇ ਆਉਂਦੇ ਆਉਂਦੇ ਮਾਲਾ ਤਿਆਰ ਹੋਵੇ। ਐਵੇਂ ਸਟੇਜ ਤੱਕ ਪਹੁੰਚਣਾ ਮਤਲਬ ਸਮਾਨ ਬਣਨਾ। 108ਵਾਂ ਦਾਣਾ 107ਵੇਂ ਦਾਣੇ ਨਾਲ ਮਿਲੇ ਤਾਂ ਸਹੀ, ਉਹਨਾਂ ਵਰਗੀ ਵਿਸ਼ੇਸ਼ਤਾ ਆ ਜਾਵੇ ਤਾਂ ਮਾਲਾ ਤਿਆਰ ਹੋ ਜਾਵੇਗੀ। ਨੰਬਰਵਾਰ ਤਾਂ ਹੋਣਾ ਹੀ ਹੈ, ਸਮਝਿਆ? ਬਾਪ ਤਾਂ ਕਹਿੰਦੇ ਨੇ, ਹੁਣ ਕੋਈ ਹੈ ਗਰੰਟੀ ਕਰਨ ਵਾਲਾ ਕਿ ਹਾਂ ਅਸੀਂ ਸਾਰੇ ਤਿਆਰ ਹਾਂ? ਬਾਪ ਦਾਦਾ ਨੂੰ ਤਾਂ ਸੈਕਿੰਡ ਲੱਗਦਾ ਹੈ। ਦ੍ਰਿਸ਼ ਵਿਖਾਉਂਦੇ ਸੀ ਨਾ ਕਿ ਤਾਲੀ ਵਜਾਈ ਤੇ ਪਰੀਆਂ ਹਾਜ਼ਰ ਹੋ ਗਈਆਂ। ਅੱਛਾ, ਚਾਰੋਂ ਪਾਸੋਂ ਦੇ ਪਰਮ ਪੂਜੇ ਸ੍ਰੇਸ਼ਟ ਆਤਮਾਵਾਂ ਨੂੰ ਸਰਵ ਸੰਪੂਰਨ ਪਵਿੱਤਰਤਾ ਦੇ ਲਕਸ਼ ਤੱਕ ਪਹੁੰਚਣ ਵਾਲੀਆਂ ਤੀਵਰ ਪੁਰਸ਼ਾਰਥੀ ਆਤਮਾਵਾਂ ਨੂੰ ਹਮੇਸ਼ਾ ਹਰ ਕਰਮ ਵਿੱਚ ਵਿਧੀ ਪੂਰਵਕ ਕਰਮ ਕਰਨ ਵਾਲੇ ਸਿੱਧੀ ਸਰੂਪ ਆਤਮਾਵਾਂ ਨੂੰ ਹਮੇਸ਼ਾ ਹਰ ਸਮੇਂ ਪਵਿੱਤਰਤਾ ਦੇ ਸ਼ਿੰਗਾਰ ਵਿੱਚ ਸਜੀਆਂ ਹੋਈਆਂ ਵਿਸ਼ੇਸ਼ ਆਤਮਾਵਾਂ ਨੂੰ ਬਾਪ ਦਾਦਾ ਦਾ ਪਿਆਰ ਸੰਪੰਨ ਯਾਦ ਪਿਆਰ ਸਵੀਕਾਰ ਹੋਵੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਹੁਣ ਹੈ ਪਾਰਟੀਆਂ ਨਾਲ ਮੁਲਾਕਾਤ। ਪਹਿਲਾ ਪੁਆਇੰਟ ਹੈ, ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਸ੍ਰੇਸ਼ਟ ਭਾਗਯਵਾਨ ਆਪਣੇ ਆਪ ਨੂੰ ਸਮਝਦੇ ਹੋ? ਸਾਰੇ ਵਿਸ਼ਵ ਜੇ ਸ੍ਰੇਸ਼ਟ ਭਾਗਯ ਦੇ ਲਈ ਪੁਕਾਰ ਰਿਹਾ ਹੈ ਕਿ ਸਾਡਾ ਭਾਗਯ ਖੁੱਲ ਜਾਵੇ, ਤੁਹਾਡਾ ਭਾਗਯ ਤਾਂ ਖੁੱਲ ਗਿਆ ਨਾ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋਵੇਗੀ? ਭਾਗਯ ਵਿਦਾਤਾ ਸਾਡਾ ਬਾਪ ਹੈ। ਅਜਿਹਾ ਨਸ਼ਾ ਹੈ ਨਾ ਜਿਸ ਦਾ ਨਾਂ ਹੀ ਹੈ ਭਾਗਯ ਵਿਦਾਤਾ, ਉਸ ਦਾ ਭਾਗਯ ਕੀ ਹੋਵੇਗਾ? ਇਸ ਤੋਂ ਵੱਡਾ ਭਾਗਯ ਕੋਈ ਹੋਰ ਹੋ ਸਕਦਾ ਹੈ? ਹਮੇਸ਼ਾ ਇਸ ਖੁਸ਼ੀ ਵਿੱਚ ਰਹੋ ਕਿ ਭਾਗਯ ਤਾਂ ਸਾਡਾ ਜਨਮ ਸਿੱਧ ਅਧਿਕਾਰ ਹੋ ਗਿਆ। ਬਾਪ ਦੇ ਕੋਲ ਜੋ ਵੀ ਪ੍ਰਾਪਰਟੀ ਹੁੰਦੀ ਹੈ ਬੱਚੇ ਉਸ ਦੇ ਅਧਿਕਾਰੀ ਹੁੰਦੇ ਨੇ, ਤਾਂ ਭਾਗਯ ਵਿਦਾਤਾ ਦੇ ਕੋਲ ਕੀ ਹੈ? ਭਾਗਯ ਦਾ ਖਜ਼ਾਨਾ। ਉਸ ਖਜ਼ਾਨੇ ਤੇ ਤੁਹਾਨੂੰ ਅਧਿਕਾਰ ਹੋ ਗਿਆ ਤਾਂ ਹਮੇਸ਼ਾ ਵਾਹ ਮੇਰਾ ਭਾਗਯ, ਵਾਹ ਭਾਗਯ ਵਿਦਾਤਾ ਬਾਪ ਵਾਹ, ਇਹੀ ਗੀਤ ਗਾਉਂਦੇ ਖੁਸ਼ੀ ਵਿੱਚ ਉੜਦੇ ਰਹੋ। ਜਿਨ੍ਹਾਂ ਦਾ ਇੰਨਾ ਸ੍ਰੇਸ਼ਟ ਭਾਗਯ ਹੋ ਗਿਆ ਉਹਨਾਂ ਨੂੰ ਹੋਰ ਕੀ ਚਾਹੀਦਾ ਹੈ? ਭਾਗਯ ਵਿੱਚ ਸਭ ਕੁਝ ਆ ਗਿਆ। ਭਗਵਾਨ ਦੇ ਕੋਲ ਤਨ ਮਨ ਧਨ ਜਨ ਸਭ ਕੁਝ ਹੁੰਦਾ ਹੈ। ਸ੍ਰੇਸ਼ਟ ਭਾਗਯ ਮਤਲਬ ਅਪ੍ਰਾਪਤ ਨਹੀਂ ਕੋਈ ਚੀਜ਼। ਕੋਈ ਅਪ੍ਰਾਪਤੀ ਹੈ? ਮਕਾਨ ਚੰਗਾ ਚਾਹੀਦਾ ਹੈ, ਕਾਰ ਚੰਗੀ ਚਾਹੀਦੀ ਹੈ? ਨਹੀਂ। ਜਿਸ ਨੂੰ ਮਨ ਦੀ ਖੁਸ਼ੀ ਮਿਲ ਗਈ ਉਸ ਨੂੰ ਸਰਵ ਪ੍ਰਾਪਤੀਆਂ ਹੋ ਗਈਆਂ। ਕਾਰ ਤਾਂ ਕੀ, ਪੂਰਾ ਕਾਰੂਨ ਦਾ ਖਜ਼ਾਨਾ ਹੀ ਮਿਲ ਗਿਆ। ਕੋਈ ਅਪ੍ਰਾਪਤ ਵਸਤੂ ਹੈ ਹੀ ਨਹੀਂ। ਅਜਿਹੇ ਭਗਵਾਨ ਹੋ, ਵਿਨਾਸ਼ੀ ਇੱਛਾ ਕੀ ਕਰੋਗੇ? ਜੋ ਅੱਜ ਹੈ ਕੱਲ ਹੈ ਹੀ ਨਹੀਂ, ਉਸ ਦੀ ਇੱਛਾ ਕੀ ਰੱਖੋਗੇ? ਇਸ ਲਈ ਹਮੇਸ਼ਾ ਅਵਿਨਾਸ਼ੀ ਖਜ਼ਾਨੇ ਦੀ ਖੁਸ਼ੀਆਂ ਵਿੱਚ ਰਹੋ ਜੋ ਹੁਣ ਵੀ ਹੈ, ਨਾਲ ਵੀ ਚੱਲੇਗਾ। ਇਹ ਮਕਾਨ, ਕਾਰ ਜਾਂ ਪੈਸੇ ਨਾਲ ਨਹੀਂ ਚੱਲਣਗੇ, ਪਰ ਇਹ ਅਵਿਨਾਸ਼ੀ ਖਜ਼ਾਨਾ ਕਈ ਜਨਮ ਨਾਲ ਰਹੇਗਾ। ਕੋਈ ਖੋ ਨਹੀਂ ਸਕਦਾ, ਕੋਈ ਲੁੱਟ ਨਹੀਂ ਸਕਦਾ। ਆਪ ਹੀ ਅਮਰ ਬਣ ਗਏ ਤਾਂ ਖਜ਼ਾਨਾ ਵੀ ਅਵਿਨਾਸ਼ੀ ਮਿਲ ਗਿਆ। ਜਨਮ ਜਨਮ ਇਹ ਸ੍ਰੇਸ਼ਟ ਪ੍ਰਲਬਧ ਨਾਲ ਰਹੇਗੀ। ਕਿੰਨਾ ਵੱਡਾ ਭਾਗਯ ਹੈ ਜਿੱਥੇ ਕੋਈ ਇੱਛਾ ਨਹੀਂ, ਇੱਛਾ ਮਾਤਰਮ ਅਵਿਦਿਆ ਹੈ। ਐਵੇਂ ਸ੍ਰੇਸ਼ਟ
ਭਾਗਯ ਭਾਗਯ ਵਿਧਾਤਾ ਬਾਪ ਦੁਆਰਾ ਪ੍ਰਾਪਤ ਹੋ ਗਿਆ। ਦੂਜਾ ਪੁਆਇੰਟ, ਆਪਣੇ ਆਪ ਨੂੰ ਬਾਪ ਦੇ ਕੋਲ ਰਹਿਣ ਵਾਲੀਆਂ ਸ੍ਰੇਸ਼ਟ ਆਤਮਾਵਾਂ ਅਨੁਭਵ ਕਰਦੀਆਂ ਹੋ। ਬਾਪ ਦੇ ਬਣ ਗਏ ਇਹ ਖੁਸ਼ੀ ਹਮੇਸ਼ਾ ਰਹਿੰਦੀ ਹੈ। ਦੁੱਖ ਦੀ ਦੁਨੀਆ ਤੋਂ ਨਿਕਲ ਕੇ ਸੁੱਖ ਦੇ ਸੰਸਾਰ ਵਿੱਚ ਆ ਗਏ। ਦੁਨੀਆ ਦੁੱਖ ਵਿੱਚ ਚਿੱਲਾ ਰਹੀ ਹੈ, ਤੁਸੀਂ ਸੁੱਖ ਦੇ ਸੰਸਾਰ ਵਿੱਚ ਸੁੱਖ ਦੇ ਝੂਲੇ ਵਿੱਚ ਝੂਲ ਰਹੇ ਹੋ। ਕਿੰਨਾ ਫਰਕ ਹੈ। ਦੁਨੀਆ ਲੱਭ ਰਹੀ ਹੈ, ਤੁਸੀਂ ਮਿਲਨ ਮਨਾ ਰਹੇ ਹੋ। ਤਾਂ ਹਮੇਸ਼ਾ ਆਪਣੀ ਸਰਵ ਪ੍ਰਾਪਤੀਆਂ ਨੂੰ ਵੇਖ ਹਰਸ਼ਿਤ ਰਹੋ। ਕੀ ਮਿਲਿਆ ਉਸ ਦੀ ਲਿਸਟ ਕੱਢੋ ਤਾਂ ਬਹੁਤ ਲੰਬੀ ਲਿਸਟ ਹੋ ਜਾਏਗੀ। ਕੀ ਮਿਲਿਆ? ਤਨ ਵਿੱਚ ਖੁਸ਼ੀ ਮਿਲੀ, ਤਨ ਦੀ ਤੰਦਰੁਸਤੀ ਹੈ, ਮਨ ਵਿੱਚ ਸ਼ਾਂਤੀ ਮਿਲੀ ਤਾਂ ਸ਼ਾਂਤੀ ਮਨ ਦੀ ਵਿਸ਼ੇਸ਼ਤਾ ਹੈ। ਤਨ ਵਿੱਚ ਇੰਨੀ ਸ਼ਕਤੀ ਆਈ ਜੋ ਦਾਲ ਰੋਟੀ ਵੀ 36 ਤਰ੍ਹਾਂ ਦੇ ਵਿਅੰਜਨਾਂ ਵਾਂਗ ਅਨੁਭਵ ਹੋਵੇ। ਈਸ਼ਵਰੀ ਯਾਦ ਵਿੱਚ ਦਾਲ ਰੋਟੀ ਵੀ ਕਿੰਨੀ ਸ੍ਰੇਸ਼ਟ ਲੱਗਦੀ ਹੈ। ਦੁਨੀਆ ਦੇ 36 ਕਿਸਮ ਹੋਣ ਤੇ ਤੁਹਾਡੀ ਦਾਲ ਰੋਟੀ ਹੋਵੇ ਤਾਂ ਤੁਹਾਨੂੰ ਸ੍ਰੇਸ਼ਟ ਕੀ ਲੱਗੇਗਾ? ਦਾਲ ਰੋਟੀ ਚੰਗੀ ਹੈ ਨਾ, ਕਿਉਂਕਿ ਪ੍ਰਸਾਦ ਹੈ ਨਾ। ਜਦੋਂ ਭੋਜਨ ਬਣਾਉਂਦੇ ਹੋ ਯਾਦ ਵਿੱਚ ਬਣਾਉਂਦੇ ਹੋ, ਯਾਦ ਵਿੱਚ ਖਾਂਦੇ ਹੋ ਤਾਂ ਪ੍ਰਸਾਦੀ ਹੋ ਗਿਆ। ਪ੍ਰਸਾਦ ਦਾ ਮਹੱਤਵ ਹੁੰਦਾ ਹੈ। ਤੁਸੀਂ ਸਾਰੇ ਰੋਜ਼ ਪ੍ਰਸਾਦ ਖਾਂਦੇ ਹੋ ਨਾ, ਪ੍ਰਸਾਦ ਵਿੱਚ ਕਿੰਨੀ ਤਾਕਤ ਹੁੰਦੀ ਹੈ। ਤਨ ਮਨ ਧਨ ਸਾਰਿਆਂ ਵਿੱਚ ਸ਼ਕਤੀ ਆ ਗਈ। ਇਸ ਲਈ ਕਹਿੰਦੇ ਨੇ ਅਪ੍ਰਾਪਤ ਨਹੀਂ ਕੋਈ ਵਸਤੂ ਬ੍ਰਾਹਮਣਾਂ ਦੇ ਖਜ਼ਾਨੇ ਵਿੱਚ। ਤਾਂ ਹਮੇਸ਼ਾ ਇਹਨਾਂ ਪ੍ਰਾਪਤੀਆਂ ਨੂੰ ਸਾਹਮਣੇ ਰੱਖ ਖੁਸ਼ ਰਹੋ, ਹਰਸ਼ਿਤ ਰਹੋ। ਅੱਛਾ, ਅੱਜ ਦਾ ਵਰਦਾਨ ਹੈ, ਕਰਮ ਦੁਆਰਾ ਗੁਣਾਂ ਦਾ ਦਾਨ ਕਰਨ ਵਾਲੇ ਡਬਲ ਲਾਈਟ ਫਰਿਸ਼ਤਾ ਭਵ। ਕਰਮ ਦੁਆਰਾ ਗੁਣਾਂ ਦਾ ਦਾਨ ਕਰਨ ਵਾਲੇ ਡਬਲ ਲਾਈਟ ਫਰਿਸ਼ਤਾ ਭਵ। ਜੋ ਬੱਚੇ ਕਰਮ ਦੁਆਰਾ ਗੁਣਾਂ ਦਾ ਦਾਨ ਕਰਦੇ ਨੇ ਉਹਨਾਂ ਦੀ ਚਲਨ ਚਿਹਰਾ ਦੋਹੇ ਹੀ ਫਰਿਸ਼ਤਿਆਂ ਦੀ ਤਰ੍ਹਾਂ ਵਿਖਾਈ ਦਿੰਦੇ ਨੇ। ਉਹ ਡਬਲ ਲਾਈਟ ਮਤਲਬ ਪ੍ਰਕਾਸ਼ਮੈ ਹਲਕੇਪਨ ਦੀ ਅਨੁਭੂਤੀ ਕਰਦੇ ਨੇ। ਉਹਨਾਂ ਨੂੰ ਕੋਈ ਵੀ ਬੋਝ ਮਹਿਸੂਸ ਨਹੀਂ ਹੁੰਦਾ। ਹਰ ਕਰਮ ਵਿੱਚ ਮਦਦ ਦੀ ਮਹਿਸੂਸਤਾ ਹੁੰਦੀ ਹੈ, ਜਿਵੇਂ ਕੋਈ ਸ਼ਕਤੀ ਚਲਾ ਰਹੀ ਹੈ। ਹਰ ਕਰਮ ਦੁਆਰਾ ਮਹਾਦਾਨੀ ਬਣਨ ਦੇ ਕਾਰਨ ਉਹਨਾਂ ਨੂੰ ਸਰਵ ਦਾ ਆਸ਼ੀਰਵਾਦ, ਸਰਵ ਦੇ ਵਰਦਾਨਾਂ ਦੀ ਅਨੁਭੂਤੀ ਦੀ ਪ੍ਰਾਪਤੀ ਦਾ ਅਨੁਭਵ ਹੁੰਦਾ ਰਹਿੰਦਾ ਹੈ। ਸਲੋਗਨ ਹੈ, ਸੇਵਾ ਵਿੱਚ ਸਫਲਤਾ ਦਾ ਸਿਤਾਰਾ ਬਣੋ, ਕਮਜ਼ੋਰ ਨਹੀਂ। ਸੇਵਾ ਵਿੱਚ ਸਫਲਤਾ ਦਾ ਸਿਤਾਰਾ ਬਣੋ, ਕਮਜ਼ੋਰ ਨਹੀਂ। ਅੱਛਾ, ਓਮ ਸ਼ਾਂਤੀ।